सतनाम करता पुरख निर्भव निर्वैर अकाल मूरत आजूनी सैभंग गुर प्रसाद जप आद सच जुगाद सच है भी सच नानक होसी भी सच। हे प्राणनाथ गोबिंद है कृपा निधान जगत गुरो। हे संसार ताप हरणै करुणा मैं सब दुख हरो। हे शरण जोग दयाल है दीनानाथ मया करो। शरीर स्वस्थ क्षीण समय सिमरंत नानक राम दामोदर माधव है। सतनाम श्री वाहिगुरु साहिब जी। सलोक महला पंजवा। पार ब्रह्म फुरमाया मीह वुठा सहज सुभाए। अन्न धन बहुत उपजिया पृथ्वी रजी तिपत अगाए। जुगो जुगा टल चंवर छतर तखत दे मालक दसां पातशाहियां दी आत्मक जोत हाजरा हजूर ज़ाहरा जहूर सर्ब कला भरपूर धन धन साहिब श्री गुरु ग्रंथ साहिब महाराज जी दी पावन पवित्र हजूरी दे अंदर सुभाईमान गुरु प्यारी साध संगत जी। आओ गुरु चरणों दे विच हाज़रियां लवाइए प्यार सत्कार सहित फतेह प्रवान करो जी। वाहिगुरु जी का खालसा वाहिगुरु जी की फतेह। सतगुरु जी ने महान बख्शिश की है धन धन श्री गुरु ग्रंथ साहिब महाराज जी की पावन गोद के अंदर बैठन का सत्संगत करन का सुभाग समा सानू सारिਆਂ ਨੂੰ प्राप्त होया है। अमृत वेले के दीवाना की हाज़री भरते हुए आप जी ने बड़े प्यार सत्कार ते शरधा दे नाल सतगुरु जी की पावन बाणी आसा की वार का कीर्तन सत्कारयोग भाई साहब जी पासों श्रवण किया है। हुण समा है गुरबाणी की चल रही लड़ीवार विचार का। गुरबाणी की लड़ीवार विचार के अंदर आप जी पंजवें पातशाह धन धन श्री गुरु अर्जन देव जी महाराज द्वारा गौड़ी राग दे विच उचारण की हुई वार दीयां पौड़ियां अते सलोकां दी विचार सरवण कर रहे हो। 15 पौड़ियां दी अते नाल सलोकां दी विचार हो चुकी है। अज 16वीं पौड़ी अते नाल जो 2 सलोक हैं उन्हां दी विचार आपां करनी है। सो आओ मन बिरतियां नूं इकागर करिए सुरत नूं शब्द दे नाल गुरबाणी दे नाल गुरु चरणों दे नाल जोड़न का यतन करिए। समूह संगत प्यार सत्कार नाल उचारण करो जी। सतनाम श्री वाहिगुरु जी। करो कृपा सतनाम श्री वाहिगुरु जी। सतनाम श्री वाहिगुरु साहिब जी।
ਸ਼ਲੋਕ ਮਹੱਲਾ ਪੰਜਵਾਂ। ਪਾਰ ਬ੍ਰਹਮ ਫੁਰਮਾਇਆ, ਮੀਹ ਵੁਠਾ ਸਹਿਜ ਸੁਭਾਏ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਲੋਕ ਹੈ। ਜਦੋਂ ਆਪਾਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਤਾਂ ਇੱਕ ਗੱਲ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਇੱਕ ਤਾਂ ਗੁਰਬਾਣੀ ਦੇ ਅੱਖਰੀ ਅਰਥ ਹਨ ਤੇ ਦੂਜੇ ਗੁਰਬਾਣੀ ਦੇ ਭਾਵ ਅਰਥ ਨੇ। ਭਾਵ ਅਰਥਾਂ ਤੱਕ ਉਹੀ ਗੁਰਮੁਖ ਪਿਆਰਾ ਪਹੁੰਚਦਾ ਹੈ ਜਿਹਦੇ ਉੱਤੇ ਸਤਿਗੁਰੂ ਜੀ ਰਹਿਮਤ ਕਰਦੇ ਨੇ, ਬਖਸ਼ਿਸ਼ ਕਰਦੇ ਨੇ, ਜਿਹਨੂੰ ਗਿਆਨ ਬਖਸ਼ਦੇ ਨੇ, ਸੋਝੀ ਬਖਸ਼ ਦਿੰਦੇ ਹਨ। ਸਤਿਗੁਰੂ ਜੀ ਦੇ ਬਚਨ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ, ਬਾਣੀ ਵਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ। ਇਹ ਬਾਣੀ ਜੋ ਪਰਮਾਤਮਾ ਦੀ ਸਿਫਤ ਸਲਾਹ ਦੀ ਗੁਰੂ ਸਾਹਿਬ ਨੇ ਉਚਾਰਨ ਕੀਤੀ ਹੈ ਨਾ, ਇਹ ਸਾਨੂੰ ਪਰਮਾਤਮਾ ਦੇ ਉਸ ਮਹਿਲ ਤੱਕ ਲੈ ਜਾਂਦੀ ਹੈ ਜਿੱਥੇ ਪਹੁੰਚਣ ਦੇ ਵਾਸਤੇ ਸਾਨੂੰ ਇਹ ਮਨੁੱਖਾ ਜੀਵਨ ਮਿਲਿਆ ਹੈ। ਨਿਜ ਘਰ ਵਾਸਾ, ਸਾਡਾ ਜੋ ਆਪਣਾ ਘਰ ਹੈ। ਨਿਜ ਦਾ ਅਰਥ ਹੈ ਆਪਣਾ, ਜਿਹਨੂੰ ਆਪਾਂ ਸਮਝਦੇ ਨਾ ਕਿ ਇਹ ਸਾਡਾ ਘਰ ਹੈ ਜੋ ਇੱਟਾਂ ਦਾ ਬਣਿਆ ਹੋਇਆ ਹੈ, ਜਿਹਨੂੰ ਮਾਰਬਲ ਲੱਗਾ ਹੈ, ਮਹਿੰਗੀ ਲੱਕੜੀ ਲੱਗੀ ਹੈ, ਹੋਰ ਆਪਾਂ ਬਹੁਤ ਸਾਜੋ ਸਮਾਨ ਜਿਹੜਾ ਉਸ ਘਰ ਦੇ ਵਿੱਚ ਲਗਾਇਆ, ਉਹ ਸਾਡਾ ਆਪਣਾ ਘਰ ਨਹੀਂ ਹੈ, ਕਿਉਂਕਿ ਇੱਕ ਨਾ ਇੱਕ ਦਿਨ ਛੱਡ ਕੇ ਜਾਣਾ ਹੈ। ਕੇਵਲ ਪਰਮਾਤਮਾ ਦੇ ਚਰਨ ਸਾਡਾ ਆਪਣਾ ਘਰ ਹੈ। ਤੇ ਮਹਾਰਾਜ ਕਹਿੰਦੇ ਨੇ, ਬਾਣੀ ਨੂੰ ਵਿਚਾਰਨ ਵਾਲਾ ਜੇ ਗੁਰੂ ਦੇ ਸਨਮੁਖ ਰਹਿ ਕੇ, ਭਾਵ ਕਿ ਗੁਰੂ ਦੇ ਬਚਨਾਂ ਦੇ ਉੱਤੇ ਚੱਲਦਿਆਂ ਹੋਇਆਂ ਆਪਣਾ ਜੀਵਨ ਬਤੀਤ ਕਰੇ ਤੇ ਉਹਦਾ ਨਿਜ ਘਰ ਦੇ ਵਿੱਚ ਵਾਸਾ ਹੁੰਦਾ ਹੈ। ਸੋ ਜਦੋਂ ਆਪਾਂ ਗੁਰਬਾਣੀ ਦੀ ਵਿਚਾਰ ਕਰਨੀ ਹੈ ਤਾਂ ਇੱਕ ਤੇ ਗੁਰਬਾਣੀ ਦੇ ਅੱਖਰੀ ਅਰਥ ਆਪਾਂ ਕਰਦੇ ਹਾਂ, ਦੂਸਰਾ ਭਾਵ ਅਰਥ ਜਿਹੜੇ ਨੇ ਉਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਪਾਵਨ ਸ਼ਲੋਕ ਦੇ ਅੰਦਰ ਸਤਿਗੁਰੂ ਜੀ ਬਚਨ ਕਰ ਰਹੇ ਹਨ ਕਿ ਪਾਰ ਬ੍ਰਹਮ ਫੁਰਮਾਇਆ, ਮੀਂਹ ਵੁਠਾ ਸਹਿਜ ਸੁਭਾਏ। ਕਿ ਪਾਰ ਬ੍ਰਹਮ ਪਰਮੇਸ਼ਰ ਨੇ ਜਦੋਂ ਹੁਕਮ ਕੀਤਾ ਤਾਂ ਬਰਸਾਤ ਹੋਈ, ਮੀਂਹ ਪਿਆ, ਸਹਿਜ ਸੁਭਾਏ। ਉਸ ਪਰਮੇਸ਼ਰ ਦੇ ਹੁਕਮ ਦੇ ਵਿੱਚ ਸਹਿਜ ਰੂਪ ਦੇ ਵਿੱਚ ਪ੍ਰੇਮ ਦੇ ਨਾਲ। ਹੁਣ ਆਪਾਂ ਦੇਖ ਰਹੇ ਹਾਂ ਕਈ ਦਿਨਾਂ ਤੋਂ ਬਰਸਾਤ ਨਾਰਥ ਇੰਡੀਆ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ, ਪੰਜਾਬ ਦੇ ਵਿੱਚ ਵੀ ਹੋ ਰਹੀ ਹੈ, ਦਿੱਲੀ ਦੇ ਵਿੱਚ ਵੀ ਹੋ ਰਹੀ ਹੈ, ਹੋਰ ਥਾਵਾਂ ਤੇ ਵੀ ਹੋ ਰਹੀ ਹੈ ਤੇ ਇਹ ਵੀ ਪਰਮਾਤਮਾ ਦਾ ਹੁਕਮ। ਅੱਖਰੀ ਅਰਥ ਤੇ ਇਹੀ ਬਣਦੇ ਨੇ, ਪਰ ਜਦੋਂ ਆਪਾਂ ਸ਼ਬਦ ਦੀ ਡੂੰਘੀ ਵਿਚਾਰ ਕਰਾਂਗੇ, ਜਦੋਂ ਭਾਵ ਅਰਥਾਂ ਨੂੰ ਸਮਝਾਂਗੇ ਤਾਂ ਇੱਥੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਕਿ ਜਿਨ੍ਹਾਂ ਦੇ ਅੰਦਰ ਪਰਮਾਤਮਾ ਕਿਰਪਾ ਕਰਕੇ ਨਾਮ ਦੀ ਝੜੀ ਲਾ ਦਿੰਦਾ ਹੈ, ਨਾਮ ਦੀ ਬਰਸਾਤ ਕਰ ਦਿੰਦਾ ਹੈ, ਨਾਮ ਜਲ ਦੀ ਜਿਨ੍ਹਾਂ ਦੇ ਅੰਦਰ ਵਰਖਾ ਹੁੰਦੀ ਹੈ, ਮਹਾਰਾਜ ਕਹਿੰਦੇ ਨੇ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਸਹਿਜ ਦੇ ਵਿੱਚ ਆ ਜਾਂਦਾ ਹੈ, ਪ੍ਰੇਮ ਦੇ ਵਿੱਚ ਆ ਜਾਂਦਾ ਹੈ। ਸਹਿਜ ਅਵਸਥਾ ਦਾ ਅਰਥ ਹੈ ਉਹ ਅਵਸਥਾ ਜਿੱਥੇ ਮਨ ਕਦੇ ਡੋਲੇ ਨਾ, ਜਿੱਥੇ ਅਡੋਲ ਹੋ ਜਾਏ। ਕਿਹੋ ਜਿਹਾ ਵੀ ਸਮਾਂ ਆਵੇ, ਦੁੱਖ ਦਾ ਆਵੇ, ਸੁੱਖ ਦਾ ਆਵੇ, ਇੱਕੋ ਜਿਹਾ। ਔਰ ਸੁਭਾਏ ਦਾ ਅਰਥ ਹੈ ਪ੍ਰੇਮ ਨਾਲ। ਫਿਰ ਉਹ ਪ੍ਰੇਮ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ। ਸੋ ਪਾਰ ਬ੍ਰਹਮ ਫਰਮਾਇਆ, ਜਦੋਂ ਪਰਮੇਸ਼ਰ ਨੇ ਹੁਕਮ ਕੀਤਾ ਤਾਂ ਜਿਨ੍ਹਾਂ ਉੱਤੇ ਮਹਾਰਾਜ ਨੇ ਕਿਰਪਾ ਕਰਨੀ ਸੀ ਉਹਨਾਂ ਦੇ ਹਿਰਦੇ ਦੇ ਵਿੱਚ ਨਾਮ ਜਲ ਦੀ ਵਰਖਾ ਹੋਈ। ਉਸ ਨਾਮ ਜਲ ਦੀ ਵਰਖਾ ਦੇ ਨਾਲ ਉਹਨਾਂ ਦੇ ਅੰਦਰ ਆਤਮਿਕ ਅਡੋਲਤਾ ਪੈਦਾ ਹੋ ਗਈ ਤੇ ਰੱਬੀ ਪ੍ਰੇਮ ਪੈਦਾ ਹੋ ਗਿਆ। ਅੰਨ ਧਨ ਬਹੁਤ ਉਪਜਿਆ, ਪ੍ਰਿਥਵੀ ਰੱਜੀ ਤਿਪਤ ਅਗਾਏ। ਮਹਾਰਾਜ ਕਹਿੰਦੇ ਨੇ ਉਹਨਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਅੰਨ ਤੇ ਧਨ ਬਹੁਤ ਜ਼ਿਆਦਾ ਵੱਧ ਗਿਆ, ਪੈਦਾ ਹੋਇਆ। ਆਮ ਤੌਰ 'ਤੇ ਆਪਾਂ ਦੇਖਦੇ ਹਾਂ, ਜੇ ਸੰਸਾਰਿਕ ਉਦਾਹਰਨ ਲਈਏ ਨਾ, ਤੇ ਜਦੋਂ ਬਰਸਾਤ ਹੁੰਦੀ ਹੈ ਫਸਲ ਤਾਂ ਹੀ ਵਧੀਆ ਹੁੰਦੀ ਹੈ। ਜੇ ਸਮੇਂ ਸਿਰ ਫਸਲ ਨੂੰ ਬਰਸਾਤ ਪ੍ਰਾਪਤ ਹੋ ਜਾਏ, ਬਾਰਿਸ਼ ਸਮੇਂ ਸਿਰ ਹੋ ਜਾਏ ਤੇ ਫਸਲ ਜਿਹੜੀ ਹੈ ਦੁੱਗਣੀ ਚੁਗਣੀ ਹੋ ਜਾਂਦੀ ਹੈ। ਪੁਰਾਣੇ ਸਮੇਂ ਦੇ ਅੰਦਰ ਜੋ ਫਸਲਾਂ ਸਨ ਨਾ, ਉਹ ਕੇਵਲ ਤੇ ਕੇਵਲ ਬਰਸਾਤ ਦੇ ਆਧਾਰਿਤ ਹੁੰਦੀਆਂ ਸਨ। ਜੇ ਬਰਸਾਤ ਪੈਣੀ ਤੇ ਫਸਲ ਹੋ ਜਾਣੀ, ਤੇ ਜੇ ਬਾਰਿਸ਼ ਮੀਂਹ ਨਾ ਪੈਣੇ ਕਿਸੇ ਸਾਲ ਤੇ ਫਿਰ ਸੁੱਕਾ ਪੈ ਜਾਂਦਾ ਸੀ। ਉਹ ਸਾਲ ਦੇ ਵਿੱਚ ਕੋਈ ਵੀ ਫਸਲ ਨਹੀਂ ਸੀ ਹੁੰਦੀ।
ਸੋ ਲੋਕਾਂ ਨੂੰ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸੋ ਸੰਸਾਰਿਕ ਤੌਰ 'ਤੇ ਵੀ ਆਪਾਂ ਦੇਖਦੇ ਹਾਂ ਕਿ ਬਰਸਾਤ ਦੀ ਲੋੜ ਹੈ। ਖਾਸ ਤੌਰ 'ਤੇ ਜਦੋਂ ਜੇਠ ਅਤੇ ਹਾੜ ਦੇ ਤਪਦੇ ਹੋਏ ਮਹੀਨਿਆਂ ਤੋਂ ਬਾਅਦ ਜਦੋਂ ਸਾਵਣ ਦਾ ਮਹੀਨਾ ਆਉਂਦਾ ਹੈ, ਬਰਸਾਤ ਪੈਂਦੀ ਹੈ ਅਤੇ ਬਨਸਪਤੀ ਖਿੜ ਜਾਂਦੀ ਹੈ। ਜੋ ਧਰਤੀ 2 ਮਹੀਨਿਆਂ ਦੇ ਵਿੱਚ ਸੜੀ ਹੁੰਦੀ ਹੈ ਨਾ, ਉਸ ਧਰਤੀ ਦੇ ਸੀਨੇ ਨੂੰ ਠੰਡਕ ਪ੍ਰਾਪਤ ਹੁੰਦੀ ਹੈ। ਇਸੇ ਤਰ੍ਹਾਂ ਅਸੀਂ ਜੋ ਸੰਸਾਰੀ ਜੀਵ ਵਿਸ਼ੇ ਵਿਕਾਰਾਂ ਦੇ ਵਿੱਚ ਸੜਦੇ ਹਾਂ, ਜਦੋਂ ਪਰਮਾਤਮਾ ਦੇ ਨਾਮ ਦੀ ਬਰਸਾਤ, ਨਾਮ ਜਲ ਦੀ ਵਰਖਾ ਸਾਡੇ ਅੰਦਰ ਹੁੰਦੀ ਹੈ ਤੇ ਸਾਡੇ ਵੀ ਤਪਦੇ ਹੋਏ ਜਿਹੜੇ ਹਿਰਦੇ ਨੇ ਨਾ, ਉਹ ਠਰ ਜਾਂਦੇ ਨੇ, ਉਹ ਸ਼ੀਤਲ ਹੋ ਜਾਂਦੇ ਨੇ। ਨਾਮ ਤੋਂ ਬਿਨਾਂ ਸ਼ੀਤਲ ਨਹੀਂ ਹੁੰਦੇ। ਭਾਵੇਂ ਜਿੰਨਾ ਮਰਜ਼ੀ ਆਪਾਂ ਯਤਨ ਕਰੀਏ ਕਿ ਸਾਡੇ ਤਪਦੇ ਹੋਏ ਹਿਰਦੇ ਜਿਹੜੇ ਹਨ ਉਹ ਠਰ ਜਾਣ, ਸ਼ੀਤਲ ਹੋ ਜਾਣ। ਮਹਾਰਾਜ ਕਹਿੰਦੇ ਨੇ ਬੜੇ ਲੋਕ ਬਹੁਤ ਸਾਰੇ ਸਾਧਨ ਇਸਤੇਮਾਲ ਕਰਦੇ ਸਨ, ਚੰਦਨ ਦਾ ਲੇਪ ਲਾਉਣਾ, ਕਿਉਂਕਿ ਠੰਡਾ ਹੁੰਦਾ ਹੈ। ਪਰ ਚੰਦਨ ਦੇ ਲੇਪ ਦੇ ਨਾਲ ਕੇਵਲ ਸਰੀਰ ਨੂੰ ਠੰਡਕ ਮਿਲਦੀ ਹੈ, ਜ਼ਰੂਰ ਸ਼ੀਤਲਤਾ ਮਿਲਦੀ ਹੈ। ਹੁਣ ਆਮ ਤੌਰ 'ਤੇ ਸਨਾਤਨ ਮਤ ਦੇ ਅੰਦਰ ਕੀ ਹੈ ਕਿ ਮੱਥੇ ਦੇ ਉੱਤੇ ਚੰਦਨ ਦਾ ਟਿੱਕਾ ਲਗਾਇਆ ਜਾਂਦਾ ਹੈ। ਚੰਦਨ ਕਿਉਂਕਿ ਠੰਡਾ ਹੁੰਦਾ ਹੈ, ਤਸੀਰ ਠੰਡੀ ਹੁੰਦੀ ਹੈ। ਸੋ ਉਹਦਾ ਇੱਕ ਭਾਵ ਸੀ ਕਿ ਮਸਤਕ ਦੇ ਵਿੱਚ ਜਦੋਂ ਚੰਦਨ ਦਾ ਟਿੱਕਾ ਲਗਾਉਣਾ, ਭਾਵ ਕਿ ਮਸਤਕ ਜਿਹੜਾ ਨਾ ਸ਼ੀਤਲ ਰਵੇ, ਮਸਤਕ ਠੰਡਾ ਰਵੇ ਸਾਰਾ ਦਿਨ, ਕ੍ਰੋਧ ਨਾ ਆਵੇ, ਗੁੱਸਾ ਨਾ ਆਵੇ। ਪਰ ਉਸ ਚੀਜ਼ ਨੂੰ ਆਪਾਂ ਜੇ ਆਪਾਂ ਕਹਿ ਲਈਏ ਕਿ ਰਿਚੁਅਲ ਬਣਾ ਲਿਆ, ਜੋ ਆਪਾਂ ਕਹਿ ਲਈਏ ਕਿ ਕਰਮਕਾਂਡ ਹੀ ਬਣਾ ਲਿਆ, ਅਸਲ ਦੇ ਵਿੱਚ ਬਹੁਤ ਸਾਰੇ ਕਰਮ ਆਪਾਂ ਐਸੇ ਕਰ ਰਹੇ ਹਾਂ ਜਿਨ੍ਹਾਂ ਦੀ ਸਾਨੂੰ ਸੋਝੀ ਕੋਈ ਨਹੀਂ, ਗਿਆਨ ਨਹੀਂ, ਪਰ ਦੇਖਾ ਦੇਖੀ। ਇੱਕ ਕਰ ਰਿਹਾ ਤੇ ਮੈਂ ਵੀ ਕਰਾਂ, ਦੂਜਾ ਕਰ ਰਿਹਾ ਤੇ ਮੈਂ ਇਹ ਕਰਾਂ, ਤੀਜਾ ਕੁਝ ਹੋਰ ਕਰ ਰਿਹਾ ਤੇ ਮੈਂ ਇਹ ਵੀ ਕਰ ਲੈਣਾ। ਪਰ ਆਪਾਂ ਕਿਉਂਕਿ ਗੁਰੂ ਦੇ ਸਿੱਖ ਹਾਂ, ਇਸ ਕਰਕੇ ਅਸੀਂ ਉਹੀ ਕਰਮ ਕਰਨੇ ਨੇ ਜੋ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਸਮਝਾਉਂਦੀ ਹੈ ਔਰ ਜੋ ਕਰਨ ਵਾਸਤੇ ਪ੍ਰੇਰਨਾ ਕਰਦੀ ਹੈ। ਬਾਕੀ ਸਭ ਫੋਕਟ ਕਰਮ ਨੇ। ਕਿਸੇ ਵੀ ਐਸੇ ਕਰਮ ਦਾ ਜੋ ਧਰਮ ਦੇ ਨਾਮ 'ਤੇ ਕੀਤਾ ਜਾ ਰਿਹਾ ਹੈ, ਪਰ ਜਿਹਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਨਾਹੀ ਕਰਦੇ ਨੇ, ਉਹਨਾਂ ਦਾ ਸਾਡੇ ਆਤਮਿਕ ਜੀਵਨ ਨੂੰ ਕੋਈ ਲਾਭ ਨਹੀਂ। ਜਿਹੜੇ ਉਸ ਧਰਮ ਨੂੰ ਮੰਨਦੇ ਨੇ ਉਹਨਾਂ ਨੂੰ ਮੁਬਾਰਕ ਹੈ, ਉਹਨਾਂ ਨੂੰ ਨਹੀਂ ਰੋਕਣਾ, ਕਿਉਂਕਿ ਉਹਨਾਂ ਦਾ ਧਰਮ ਇਹ ਗੱਲ ਕਹਿ ਰਿਹਾ ਹੈ ਤੇ ਉਸ ਧਰਮ ਦੇ ਅਨੁਸਾਰ ਉਹ ਚੱਲ ਰਹੇ, ਚੱਲਣ ਦਿਓ। ਪਰ ਅਸੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਫੋਲੋ ਕਰਦੇ ਹਾਂ, ਅਸੀਂ ਫੋਲੋਵਰ ਉਹਨਾਂ ਦੇ ਆ। ਸੋ ਸਾਨੂੰ ਆਪਣੇ ਗੁਰੂ ਦਾ ਹੀ ਬਚਨ ਮੰਨਣਾ ਚਾਹੀਦਾ ਹੈ, ਮੰਨਣਾ ਪਏਗਾ ਜੇ ਅਸੀਂ ਜੀਵਨ ਦੇ ਵਿੱਚ ਕੁਝ ਪ੍ਰਾਪਤੀ ਕਰਨੀ ਹੈ। ਸੋ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਜਦੋਂ ਪਰਮਾਤਮਾ ਦੇ ਹੁਕਮ ਦੇ ਨਾਲ ਕਿਸੇ ਜੀਵ ਦੇ ਅੰਦਰ ਨਾਮ ਜਲ ਦੀ ਵਰਖਾ ਹੁੰਦੀ ਹੈ, ਜਿੱਥੇ ਉਹਦੇ ਅੰਦਰ ਆਤਮਿਕ ਅਡੋਲਤਾ ਆ ਜਾਂਦੀ ਹੈ, ਪ੍ਰੇਮ ਬਣ ਜਾਂਦਾ ਹੈ ਵਾਹਿਗੁਰੂ ਦਾ, ਉੱਥੇ ਉਹਦੀ ਜਿਹੜੀ ਭੁੱਖ ਹੈ, ਹਿਰਦੇ ਰੂਪੀ ਜਿਹੜੀ ਪ੍ਰਿਥਵੀ ਹੈ, ਉਹ ਰੱਜ ਜਾਂਦੀ ਹੈ। ਉਹਦੇ ਅੰਦਰ ਸੰਤੋਖ ਆ ਜਾਂਦਾ ਹੈ। ਪਰਮੇਸ਼ਰ ਦੇ ਨਾਮ ਦੇ ਰਾਹੀਂ ਸੰਤੋਖ ਆਉਂਦਾ, ਵੈਸੇ ਨਹੀਂ ਆਉਂਦਾ। ਜੇ ਆਪਾਂ ਕਹੀਏ ਨਾ ਕਿ ਪਦਾਰਥ ਸਾਡੇ ਕੋਲ ਜ਼ਿਆਦਾ ਆ ਜਾਣਗੇ ਤੇ ਕਿਸੇ ਦਿਨ ਅਸੀਂ ਕਹਾਂਗੇ ਕਿ ਬਸ ਪਰਮਾਤਮਾ ਹੋਰ ਨਹੀਂ ਚਾਹੀਦਾ, ਮੈਨੂੰ ਬਹੁਤ ਕੁਝ ਦਿੱਤਾ ਹੈ। ਕਦੀ ਆਪਾਂ ਸੋਚਿਆ ਕਿ ਬਚਪਨ ਦੇ ਵਿੱਚ ਜਿਹੜੀਆਂ ਚੀਜ਼ਾਂ ਆਪਾਂ ਮੰਗਦੇ ਸਾਂ, ਪਰਮਾਤਮਾ ਨੇ ਸਾਨੂੰ ਦੇ ਦਿੱਤੀਆਂ, ਤੇ ਜਦੋਂ ਦੇ ਦਿੱਤੀਆਂ ਤੇ ਮੰਗਾਂ ਹੋਰ ਨਹੀਂ ਵੱਧ ਗਈਆਂ? ਭਲਾ ਮੰਗਾਂ ਹੋਰ ਜ਼ਿਆਦਾ ਵੱਧ ਗਈਆਂ। ਅੱਜ ਵੀ ਜੋ ਆਪਾਂ ਮੰਗ ਰਹੇ ਹਾਂ ਨਾ, ਜੇ ਪਰਮਾਤਮਾ ਸਾਨੂੰ ਬਖਸ਼ ਦਿੰਦਾ ਹੈ ਨਾ, ਔਰ ਬਖਸ਼ਦਾ ਹੈ, ਸਤਿਗੁਰੂ ਬੜਾ ਦਿਆਲੂ ਹੈ। ਜੋ ਵੀ ਮੰਗੀਏ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਉਹ ਦਿੰਦਾ ਹੈ। ਪਰ ਜੇ ਆਪਾਂ ਕਹੀਏ ਨਾ ਵੀ ਇਹ ਦਾਤਾਂ ਪ੍ਰਾਪਤ ਕਰਕੇ ਤੇ ਅਸੀਂ ਫਿਰ ਮੰਗਣਾ ਛੱਡ ਦੇਵਾਂਗੇ, ਜਾਂ ਗੁਰੂ ਸਾਹਿਬ ਨੂੰ, ਪਰਮੇਸ਼ਵਰ ਨੂੰ ਇਹ ਕਹਿ ਦੇਵਾਂਗੇ ਕਿ ਪਰਮਾਤਮਾ ਬਸ ਹੋਰ ਨਹੀਂ ਮੈਨੂੰ ਕੋਈ ਚਾਹੀਦਾ, ਤੇਰਾ ਦਿੱਤਾ ਬਹੁਤ ਹੈ। ਕੋਈ ਵਿਰਲੇ ਹੀ ਨੇ ਜਿਨ੍ਹਾਂ ਦੇ ਅੰਦਰ ਇੰਨਾ ਸੰਤੋਖ ਪੈਦਾ ਹੋ ਜਾਏ ਕਿ ਪਰਮਾਤਮਾ ਦੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਨਾ ਰੱਜਣ। ਸਾਡੀਆਂ ਤੇ ਮੰਗਾਂ ਹੋਰ ਵੱਧ ਜਾਂਦੀਆਂ ਨੇ ਜਿਵੇਂ ਜਿਵੇਂ ਪਰਮਾਤਮਾ ਦਿੰਦਾ ਹੈ। ਪਰ ਜਦੋਂ ਕਿਸੇ ਜੀਵ ਦੇ ਹਿਰਦੇ ਦੇ ਅੰਦਰ ਪਰਮਾਤਮਾ ਦੇ ਨਾਮ ਜਲ ਦੀ ਵਰਖਾ ਹੁੰਦੀ ਹੈ, ਮਹਾਰਾਜ ਕਹਿੰਦੇ ਨੇ ਉਹਦੇ ਅੰਦਰ ਨਾਮ ਦਾ ਧਨ, ਅੰਨ ਬਹੁਤ ਪੈਦਾ ਹੋ ਜਾਂਦਾ ਹੈ। ਹਿਰਦੇ ਰੂਪੀ ਜਿਹੜੀ ਧਰਤੀ ਹੈ ਉਹ ਰੱਜ ਜਾਂਦੀ ਹੈ, ਤ੍ਰਿਪਤ ਹੋ ਜਾਂਦੀ ਹੈ। ਸਦਾ ਸਦਾ ਗੁਣ ਉਚਰੈ, ਦੁੱਖ ਦਾਲਦ ਗਿਆ ਬਿਲਾਏ। ਮਹਾਰਾਜ ਕਹਿੰਦੇ ਫਿਰ ਉਹ ਸਦਾ ਪਰਮਾਤਮਾ ਦੇ ਗੁਣ ਉਚਾਰਨ ਕਰਦਾ ਹੈ, ਪਰਮੇਸ਼ਰ ਦਾ ਨਾਮ ਜਪਦਾ ਹੈ, ਸਿਮਰਨ ਕਰਦਾ ਹੈ। ਤੇ ਮਹਾਰਾਜ ਕਹਿੰਦੇ ਨੇ ਜਿਸ ਦੇ ਨਤੀਜੇ ਵਜੋਂ, ਕਿਉਂਕਿ ਨਾ ਆਪਾਂ ਪਹਿਲਾ ਰਿਜ਼ਲਟ ਪੁੱਛਦੇ ਹਾਂ, ਈਵਨ ਸਾਡੇ ਬੱਚੇ ਵੀ ਜਿਹੜੇ ਨੇ ਨਾ,
ਉਹ ਸਾਨੂੰ ਸਵਾਲ ਕਰਦੇ ਨੇ ਕਿ ਪਾਪਾ ਜਾਂ ਦਾਦੂ ਆਪਾਂ ਗੁਰਦੁਆਰਾ ਸਾਹਿਬ ਜਾਵਾਂਗੇ ਤੇ ਕੀ ਪ੍ਰਾਪਤ ਹੋਏਗਾ, ਆਪਾਂ ਬਾਣੀ ਪੜ੍ਹਾਂਗੇ, ਜਪਜੀ ਸਾਹਿਬ ਦਾ ਪਾਠ ਕਰਾਂਗੇ, ਕੀ ਪ੍ਰਾਪਤ ਹੋਏਗਾ। ਕਿਉਂਕਿ ਮਨ ਦੇ ਵਿੱਚ ਨਾ ਇਹ ਇੱਛਾ ਹੁੰਦੀ ਹੈ ਕਿ ਮੈਂ ਪਤਾ ਤੇ ਕਰਾਂ ਵੀ ਇਹ ਕੰਮ ਕਰਨ ਦਾ ਨਤੀਜਾ ਕੀ ਹੈ, ਰਿਜ਼ਲਟ ਕੀ ਹੈ, ਫਲ ਕੀ ਮਿਲੇਗਾ। ਫਿਰ ਉਹਨਾਂ ਨੂੰ ਸਮਝਾਉਣਾ ਪੈਂਦਾ ਹੈ ਕਿ ਪੁੱਤਰ ਭਾਵੇਂ ਆਪਾਂ ਦੁਨਿਆਵੀ ਲਾਲਚ ਦਿੰਦੇ ਹਾਂ, ਕਿਉਂਕਿ ਬਾਬਾ ਫਰੀਦ ਜੀ ਦੀ ਮਾਤਾ ਨੇ ਵੀ ਉਹਨਾਂ ਨੂੰ ਦੁਨਿਆਵੀ ਲਾਲਚ ਦਿੱਤਾ ਨਾ ਪਹਿਲਾਂ ਜੋੜਨ ਵਾਸਤੇ। ਬਾਬਾ ਫਰੀਦ ਜੀ ਦੀ ਮਾਤਾ ਨੇ ਆਖਿਆ ਕਿ ਪੁੱਤਰ ਜੇ ਤੂੰ ਨਮਾਜ਼ ਪੜ੍ਹੇਗਾ ਤੇ ਅੱਲਾਹ ਤਾਲਾ ਤੇਰੇ ਮੁਸੱਲੇ ਦੇ ਥੱਲੇ ਸ਼ੱਕਰ ਰੱਖ ਦੇਗਾ, ਤੈਨੂੰ ਸ਼ੱਕਰ ਮਿਲੇਗੀ। ਹੁਣ ਸ਼ੱਕਰ ਬੜੀ ਪਸੰਦ ਸੀ ਬਾਬਾ ਫਰੀਦ ਜੀ ਨੂੰ। ਕਹਿਣ ਲੱਗਾ ਅੱਛਾ ਅੰਮੀ ਉਹ ਅੱਲਾਹ ਤਾਲਾ ਸ਼ੱਕਰ ਦੇਵੇਗਾ? ਕਹਿਣ ਲੱਗੀ ਹਾਂ ਪੁੱਤਰ ਤੈਨੂੰ ਸ਼ੱਕਰ ਬੜੀ ਪਸੰਦ ਹੈ ਨਾ, ਪਰਮਾਤਮਾ ਜਾਣਦਾ ਹੈ, ਅੱਲਾਹ ਤਾਲਾ ਜਾਣਦਾ ਹੈ, ਤੇ ਆਪਣੇ ਬੱਚਿਆਂ ਨੂੰ ਜੋ ਉਹਨਾਂ ਨੂੰ ਪਸੰਦ ਹੁੰਦਾ ਨਾ ਉਹ ਦੇ ਦਿੰਦਾ ਹੈ। ਸ਼ੱਕਰ ਦੀ ਪੁੜੀ ਮਾਤਾ ਨੇ ਰੱਖਣੀ ਸ਼ੁਰੂ ਕਰ ਦਿੱਤੀ। ਬਾਬਾ ਫਰੀਦ ਜੀ ਲੱਗ ਗਏ ਭਗਤੀ ਦੇ ਵਿੱਚ, 5 ਵਕਤ ਨਮਾਜ਼ ਪੜ੍ਹਦੇ ਨੇ। ਔਰ ਇਹ ਨਹੀਂ ਕਿ ਦਿਖਾਵੇ ਵਾਲੀ, ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਉਸ ਕਾਜੀ ਨੇ ਪੜ੍ਹੀ ਸੀ ਜਾਂ ਨਵਾਬ ਨੇ ਪੜ੍ਹੀ ਸੀ, ਗੁਰੂ ਸਾਹਿਬ ਖੜੇ ਰਹੇ ਸਨ। ਕਹਿਣ ਲੱਗੇ ਤੁਹਾਡਾ ਧਿਆਨ ਤੇ ਨਮਾਜ਼ ਦੇ ਵਿੱਚ ਨਹੀਂ ਸੀ। ਬਾਬਾ ਫਰੀਦ ਜੀ ਅੰਦਰੋਂ ਜੁੜ ਕੇ ਭਗਤੀ ਦੇ ਵਿੱਚ, ਸਿਮਰਨ ਦੇ ਵਿੱਚ ਉਸ ਪਰਮਾਤਮਾ ਦੀ ਨਮਾਜ਼ ਪੜ੍ਹਦੇ ਨੇ। ਤੇ ਜਦੋਂ ਮੁਸੱਲਾ ਉਸ ਚਟਾਈ ਨੂੰ ਕਿਹਾ ਜਾਂਦਾ ਜਿਹਦੇ ਤੇ ਮੁਸਲਮਾਨ ਵੀਰ ਨਮਾਜ਼ ਪੜ੍ਹਦੇ ਨੇ ਨਾ, ਵਿਛਾ ਕੇ ਪਹਿਲਾਂ ਵੁਜੂ ਕਰਦੇ ਨੇ, ਜਿਹਨੂੰ ਆਪਾਂ ਕਹਿੰਦੇ ਹੱਥ ਮੂੰਹ ਧੋਣਾ। ਵੁਜੂ ਕਰਨ ਤੋਂ ਬਾਅਦ ਫਿਰ ਉਹ ਚਟਾਈ ਵਿਛਾਉਂਦੇ ਨੇ ਮੁਸੱਲਾ, ਤੇ ਫਿਰ ਉਹਦੇ ਉੱਤੇ ਨਮਾਜ਼ ਪੜ੍ਹਦੇ ਨੇ। ਉਸ ਮੁਸੱਲੇ ਦੇ ਥੱਲੋਂ ਸ਼ੱਕਰ ਨਿਕਲਣੀ। ਉਹ ਲਗਨ ਐਸੀ ਲੱਗੀ ਕਿ ਇੱਕ ਸਮਾਂ ਐਸਾ ਆਇਆ ਕਿ ਪਰਮਾਤਮਾ ਦੇ ਨਾਮ ਦੇ ਵਿੱਚੋਂ ਹੀ ਇੰਨੀ ਮਿਠਾਸ ਬਾਬਾ ਫਰੀਦ ਜੀ ਨੂੰ ਆਉਣੀ ਸ਼ੁਰੂ ਹੋ ਗਈ ਕਿ ਸ਼ੱਕਰ ਜਿਹੜੀ ਸੀ ਨਾ ਉਹ ਵੀ ਫਿੱਕੀ ਲੱਗਣ ਲੱਗ ਪਈ। ਸ਼ੱਕਰ ਛੱਡੋ, ਹੋਰ ਜਿੰਨੇ ਪਦਾਰਥ ਸਨ ਜਿਨ੍ਹਾਂ ਦੀ ਗਿਣਤੀ ਬਾਬਾ ਫਰੀਦ ਜੀ ਨੇ ਕਰਵਾਈ ਆਪਣੇ ਸ਼ਲੋਕਾਂ ਦੇ ਵਿੱਚ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਨ ਤੁਧ। ਹੇ ਪ੍ਰਭੂ ਤੇਰੇ ਨਾਮ ਵਰਗੀ ਮਿਠਾਸ ਇਹਨਾਂ ਦੇ ਵਿੱਚੋਂ ਕਿਸੇ ਦੇ ਵਿੱਚ ਨਹੀਂ ਹੈ। ਕੋਈ ਵੀ ਪਦਾਰਥ ਇੰਨਾ ਮਿੱਠਾ ਨਹੀਂ ਜਿੰਨਾ ਤੇਰਾ ਨਾਮ ਮਿੱਠਾ ਹੈ, ਜਿੰਨੀ ਤੇਰੀ ਭਗਤੀ ਮਿੱਠੀ ਹੈ। ਸਾਨੂੰ ਤਾਂ ਮਿੱਠੀ ਲੱਗਦੀ ਨਹੀਂ, ਇਸ ਕਰਕੇ ਅਸੀਂ ਭਗਤੀ ਦੇ ਨਾਲ ਜੁੜੇ ਨਹੀਂ ਅਜੇ ਤੱਕ। ਜਦੋਂ ਇੱਕ ਵਾਰੀ ਸਵਾਦ ਸਾਨੂੰ ਪ੍ਰਾਪਤ ਹੋ ਗਿਆ ਨਾ ਨਾਮ ਸਿਮਰਨ ਦੇ ਵਿੱਚ, ਦੁਬਾਰਾ ਸਾਡਾ ਛੱਡਣ ਦਾ ਦਿਲ ਨਹੀਂ ਕਰਨਾ ਨਾਮ ਜਪਣ ਨੂੰ। ਫਿਰ ਤੇ ਆਪਾਂ ਕਹਾਂਗੇ ਜਿੱਥੇ ਵੀ ਬੈਠੇ ਹੋਈਏ ਬਸ ਹੇ ਪ੍ਰਭੂ ਤੇਰੀ ਕਿਰਪਾ ਹੋਵੇ ਤੇ ਨਾਮ ਦੇ ਨਾਲ ਜੁੜੇ ਰਹੀਏ। ਐਸਾ ਰਸ, ਐਸਾ ਆਨੰਦ ਆਉਂਦਾ। ਜਿਨ੍ਹਾਂ ਨੂੰ ਆਇਆ ਉਹ ਦੱਸਦੇ ਨੇ ਫਿਰ ਕਿ ਸਾਨੂੰ ਇੰਨਾ ਆਨੰਦ ਆਇਆ। ਹਾਲਾਂਕਿ ਬਿਆਨ ਕਰਨਾ ਬੜਾ ਮੁਸ਼ਕਲ ਹੈ। ਜੋ ਪਰਮੇਸ਼ਰ ਦੇ ਨਾਮ ਦੇ ਵਿੱਚ ਆਨੰਦ ਹੈ, ਜੋ ਪ੍ਰਭੂ ਦੇ ਚਰਨਾਂ ਦੇ ਪ੍ਰੇਮ ਦੇ ਵਿੱਚ ਆਨੰਦ ਹੈ, ਉਹਨੂੰ ਦੱਸਣਾ ਬੜਾ ਮੁਸ਼ਕਲ ਹੈ। ਤੇ ਆਪ ਹੀ ਜਾਣਿਆ ਜਾ ਸਕਦਾ ਹੈ ਜੇਕਰ ਉਸ ਆਨੰਦ ਨੂੰ ਮਾਣਿਆ ਜਾਵੇ। ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਚਰਨ ਕਮਲ ਕੀ ਮੌਜ ਕੋ ਕੈਸੇ ਉਨਮਾਨ ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਜਿਹਨੇ ਦੇਖ ਲਿਆ ਨਾ ਚੱਕ ਕੇ ਸਵਾਦ, ਬਸ ਉਹਨੂੰ ਹੀ ਪਤਾ ਹੈ, ਦੂਸਰੇ ਨੂੰ ਦੱਸ ਨਹੀਂ ਸਕਦਾ। ਕਿਉਂਕਿ ਹੁਣ ਵੇਖੋ ਕਿਸੇ ਗੂੰਗੇ ਨੂੰ ਪੁੱਛੋ ਵੀ ਤੂੰ ਮਠਿਆਈ ਖਾਧੀ, ਟੇਸਟ ਕੈਸਾ ਸੀ, ਸਵਾਦ ਕੈਸਾ ਸੀ, ਉਹ ਵਿਚਾਰਾ ਦੱਸ ਨਹੀਂ ਸਕਦਾ। ਸਿਰਫ ਗਰਦਨ ਹਿਲਾ ਸਕਦਾ ਕਿ ਬਹੁਤ ਵਧੀਆ ਸੀ, ਪਰ ਦੱਸ ਨਹੀਂ ਸਕਦਾ। ਇਸੇ ਤਰ੍ਹਾਂ ਰੱਬ ਦੇ ਪਿਆਰੇ ਕਬੀਰ ਸਾਹਿਬ ਕਹਿੰਦੇ ਨੇ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਗੂੰਗੇ ਨੂੰ ਗੁੜ ਦਾ ਸਵਾਦ ਪੁੱਛੋ ਕੀ ਕਹੇਗਾ। ਉਹ ਤੇ ਸ਼ਾਂਤ ਹੋ ਗਿਆ ਹੈ, ਉਹ ਤੇ ਚੁੱਪ ਹੋ ਗਿਆ। ਪਰਮਾਤਮਾ ਦਾ ਭਗਤ ਵੀ ਰਸ ਮਾਣ ਕੇ ਨਾਮ ਜਪ ਕੇ ਅਡੋਲ ਹੋ ਜਾਂਦਾ ਹੈ। ਉਹਨੂੰ ਨਹੀਂ ਮਤਲਬ ਕਿਸੇ ਦੁਨੀਆ। ਅੱਜ ਵੇਖੋ ਲੋਕ ਝਗੜੇ ਕਰਦੇ ਨੇ ਪੋਲੀਟਿਕਸ ਦੇ ਵਾਸਤੇ। ਕੋਈ ਕਹਿੰਦਾ ਮੈਂ ਫਲਾਣੇ ਦਲ ਨੂੰ ਵੋਟ ਪਾਣੀ, ਪਾਰਟੀ ਦੇ ਨਾਲ ਜੁੜਿਆ ਹਾਂ ਮੈਂ ਫਲਾਣੇ ਨੂੰ। ਰੱਬ ਦੇ ਪਿਆਰੇ ਦੀ ਪਾਰਟੀ ਬਸ ਇੱਕੋ ਹੀ ਹੈ, ਰੱਬ ਹੀ ਹੈ ਬਸ। ਉਹ ਉਹਦੇ ਨਾਲ ਹੀ ਜੁੜਿਆ ਹੋਇਆ ਹੈ, ਉਹਨੂੰ ਉਹਦੇ ਵਿੱਚ ਹੀ ਆਨੰਦ ਆ ਰਿਹਾ ਹੈ। ਉਹਦਾ ਭਜਨ ਕਰਦਾ, ਉਹਦੀ ਬੰਦਗੀ ਕਰਦਾ। ਦੁਨੀਆ ਭਾਵੇਂ ਜੋ ਮਰਜ਼ੀ ਕਰੇ, ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ। ਉਸ ਪਰਮਾਤਮਾ ਤੋਂ ਬਿਨਾਂ ਰੱਬ ਦੇ ਪਿਆਰੇ ਨੂੰ ਕਿਸੇ ਦੀ ਪਰਵਾਹ ਨਹੀਂ। ਭਾਵੇਂ ਕੋਈ ਬਣ ਜਾਏ ਪ੍ਰਧਾਨ ਮੰਤਰੀ, ਤੇ ਭਾਵੇਂ ਕੋਈ ਬਣ ਜਾਏ ਰਾਸ਼ਟਰਪਤੀ, ਤੇ ਭਾਵੇਂ ਕੋਈ ਬਣ ਜਾਏ ਮੁੱਖ ਮੰਤਰੀ। ਉਹਨੂੰ ਕੀ ਹੈ, ਉਹਦੀ ਸੁਰਤ ਜੁੜੀ ਹੈ ਜਿਹੜਾ ਰਾਜੇ ਮਹਾਰਾਜੇ ਬਣਾਉਂਦਾ। ਜਿਹਨੇ ਧਰਤੀ ਦੇ ਰਾਜੇ ਮਹਾਰਾਜੇ ਬਣਾਏ ਨੇ, ਉਸ ਮਾਲਕ ਵਾਹਿਗੁਰੂ ਦੇ ਨਾਲ ਸੁਰਤ ਜੁੜੀ ਹੋਈ ਹੈ। ਉਹ ਫਿਰ ਕਿਸੇ ਦੀ ਪਰਵਾਹ ਥੋੜ੍ਹੀ ਕਰਦਾ।
ਉਹ ਤੇ ਰੰਗ ਲੱਗ ਗਿਆ ਉਹਨੂੰ ਪਰਮੇਸ਼ਰ ਦੇ ਨਾਮ ਦਾ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਕਿ ਫਿਰ ਉਹ ਸਦਾ ਪਰਮਾਤਮਾ ਦੇ ਗੁਣ ਉਚਾਰਨ ਕਰਦਾ ਹੈ ਔਰ ਜਿਸ ਕਰਕੇ ਨਤੀਜੇ ਵਜੋਂ, ਸਿੱਟੇ ਵਜੋਂ, ਫਲ ਸਰੂਪ ਉਹਦੇ ਦੁੱਖ ਅਤੇ ਦਲਿੱਦਰ ਕੱਟੇ ਜਾਂਦੇ ਨੇ। ਦਲਿੱਦਰ ਸ਼ਬਦ ਪਹਿਲਾਂ ਪੰਜਾਬੀ ਦੇ ਵਿੱਚ ਵਰਤਿਆ ਜਾਂਦਾ ਸੀ, ਹੁਣ ਘੱਟ ਵਰਤਿਆ ਜਾਂਦਾ। ਹੁਣ ਆਪਾਂ ਗਰੀਬੀ ਕਹਿ ਦਿੰਦੇ ਹਾਂ ਵੀ ਇਹਦੇ ਘਰ ਦੇ ਵਿੱਚ ਗਰੀਬੀ ਹੈ, ਪਰ ਗਰੀਬੀ ਦਾ ਮੀਨਿੰਗ ਜਿਹੜਾ ਹੈ ਨਾ ਉਹ ਡਿਫਰੈਂਟ ਹੈ। ਅਸਲ ਦੇ ਵਿੱਚ ਦਲਿੱਦਰ ਸ਼ਬਦ ਹੈ ਵੀ ਇਹਦੇ ਘਰ ਦੇ ਵਿੱਚ ਦਲਿੱਦਰ ਪਿਆ ਹੋਇਆ, ਖਾਣ ਵਾਸਤੇ ਆਟਾ ਨਹੀਂ, ਪਹਿਨਣ ਵਾਸਤੇ ਵਸਤਰ ਨਹੀਂ, ਕੁਝ ਵੀ ਨਹੀਂ ਇਹਦੇ ਘਰ ਦੇ ਵਿੱਚ। ਉਹਨੂੰ ਆਪਾਂ ਹੁਣ ਗਰੀਬੀ ਕਹਿਣਾ ਸ਼ੁਰੂ ਕਰਦੇ ਹਾਂ, ਕਰ ਦਿੱਤਾ ਹੈ। ਅਸਲ ਦੇ ਵਿੱਚ ਉਹਨੂੰ ਪਹਿਲਾਂ ਸਾਡੇ ਬਜ਼ੁਰਗ ਕਹਿੰਦੇ ਦਲਿੱਦਰ ਹੈ। ਇਹਦੇ ਘਰ ਦੇ ਵਿੱਚ ਰੋਟੀ ਨਹੀਂ ਹੈ, ਖਾਣ ਵਾਸਤੇ ਕੱਪੜੇ ਨਹੀਂ ਹੈ, ਪਤਾ ਨਹੀਂ ਕਿਹੋ ਜਿਹਾ ਇਹਨੇ ਕੋਈ ਗੁਨਾਹ ਕੀਤਾ ਜਾਂ ਪਾਪ ਕੀਤਾ, ਦਲਿੱਦਰ ਪਿਆ ਹੋਇਆ। ਸੋ ਦਲਿੱਦਰ ਹੈ। ਸੁਦਾਮਾ ਜੀ ਨੂੰ ਦਲਿੱਦਰੀ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਕਿਉਂਕਿ ਦਲਿੱਦਰ ਸੀ, ਘਰ ਦੇ ਵਿੱਚ ਕੁਝ ਵੀ ਨਹੀਂ ਸੀ, ਕੱਪੜੇ ਫਟੇ ਹੋਏ ਨੇ। ਜਦੋਂ ਕ੍ਰਿਸ਼ਨ ਜੀ ਨੂੰ ਮਿਲਣ ਵਾਸਤੇ ਗਿਆ ਨਾ ਦਵਾਰਕਾ, ਤੇ ਬੜਾ ਸੁੰਦਰ ਨਕਸ਼ਾ ਕਿਸੇ ਕਵੀ ਨੇ ਉਸ ਵੇਲੇ ਲਿਖਿਆ ਹੈ ਸੁਦਾਮਾ ਜੀ ਦਾ, ਕਿ ਧੋਤੀ ਜਿਹੜੀ ਸੀ ਫਟੀ ਹੋਈ ਹੈ, ਪੈਰੋਂ ਨੰਗਾ ਹੈ ਔਰ ਵਾਲ ਖਿਲਰੇ ਹੋਏ ਨੇ। ਜਾ ਕੇ ਦਵਾਰਪਾਲ ਨੂੰ ਕਹਿੰਦਾ ਹੈ ਕਿ ਜਾ ਭਾਈ, ਜਾ ਕੇ ਕਹਿ ਦੇ ਆਪਣੇ ਕ੍ਰਿਸ਼ਨ ਜੀ ਨੂੰ ਕਿ ਉਹਦਾ ਬਚਪਨ ਦਾ ਦੋਸਤ ਮਿਲਣ ਵਾਸਤੇ ਆਇਆ। ਉਹ ਪਹਿਲਾਂ ਸੁਦਾਮਾ ਨੂੰ ਦੇਖਦਾ ਹੈ, ਜਿਹੜਾ ਦਵਾਰਪਾਲ ਹੈ ਨਾ ਦਰਵਾਜ਼ੇ ਤੇ ਖੜਾ, ਪਹਿਲਾਂ ਸੁਦਾਮੇ ਨੂੰ ਚੰਗੀ ਤਰ੍ਹਾਂ ਦੇਖਦਾ ਵੀ ਇਹ ਮੇਰਾ ਤੇ ਜਿਹੜਾ ਮਾਲਕ ਹੈ ਉਹ ਤੇ ਰਾਜਾ ਹੈ ਦਵਾਰਕਾ ਦਾ, ਤੇ ਇਹ ਤੇ ਮੰਗਤਿਆਂ ਨਾਲ ਵੀ ਥੱਲੇ ਹੈ, ਦਲਿੱਦਰੀ ਹੈ ਪੂਰਾ। ਇੱਕ ਦੋ ਵਾਰੀ ਕਿਹਾ, ਉਹਨੇ ਕਿਹਾ ਜਾ ਭਾਈ ਕਿਧਰੇ ਹੋਰ, ਕਹਿਣ ਲੱਗਾ ਨਹੀਂ, ਕਹਿਣ ਲੱਗਾ ਕਿ ਇੱਕ ਵਾਰੀ ਜਾ ਕੇ ਕ੍ਰਿਸ਼ਨ ਜੀ ਨੂੰ ਕਹਿ ਜ਼ਰੂਰ ਦੇ ਵੀ ਸੁਦਾਮਾ ਆਇਆ ਹੈ। ਦਵਾਰਪਾਲ ਕਹਿੰਦਾ ਚਲੋ ਇੱਕ ਵਾਰੀ ਕਹਿ ਦਿੰਦੇ ਆ, ਹੈ ਤੇ ਲੱਗਦਾ ਤੇ ਝੂਠਾ ਹੀ ਹੈ, ਕਿਉਂਕਿ ਇਹੋ ਜਿਹੇ ਕੱਪੜੇ ਵਾਲਾ ਥੋੜ੍ਹੀ ਹੋਏਗਾ ਕ੍ਰਿਸ਼ਨ ਜੀ ਦਾ ਮਿੱਤਰ। ਜਦੋਂ ਜਾ ਕੇ ਦਵਾਰਪਾਲ ਨੇ ਦੱਸਿਆ ਕਿ ਮਹਾਰਾਜ ਕਿ ਕੋਈ ਤੁਹਾਨੂੰ ਮਿਲਣ ਵਾਸਤੇ ਆਇਆ, ਕੱਪੜੇ ਪਾਟੇ ਨੇ, ਧੋਤੀ ਫਟੀ ਹੋਈ ਹੈ, ਪੈਰ ਦੇ ਵਿੱਚ ਜੁੱਤੀ ਵੀ ਕੋਈ ਨਹੀਂ, ਬੁਰਾ ਹਾਲ ਹੈ, ਪਰ ਕਹਿ ਰਿਹਾ ਕਿ ਮੈਂ ਤੁਹਾਡੇ ਬਚਪਨ ਦਾ ਦੋਸਤ ਹਾਂ। ਕ੍ਰਿਸ਼ਨ ਜੀ ਕਹਿਣ ਲੱਗੇ ਕੀ ਨਾਮ ਦੱਸਿਆ? ਕਹਿਣ ਲੱਗਾ ਜੀ ਉਹਨੇ ਨਾਮ ਦੱਸਿਆ ਹੈ ਸੁਦਾਮਾ। ਬਸ ਸੁਦਾਮਾ ਸੁਣਦੇ ਸਾਰ ਕ੍ਰਿਸ਼ਨ ਜੀ ਨੇ ਸਿੰਘਾਸਨ ਛੱਡ ਦਿੱਤਾ, ਦੌੜ ਕੇ ਦਰਵਾਜ਼ੇ ਤੇ ਪਹੁੰਚ ਗਏ, ਨਮਸਕਾਰ ਕੀਤੀ, ਜਿਵੇਂ ਆਪਾਂ ਲੇਟ ਕੇ ਡੰਡੋਤ ਵੰਦਨਾ ਕਰਦੇ ਆ ਨਾ, ਬਿਲਕੁਲ ਡੰਡੇ ਵਾਂਗੂ। ਇੰਨਾ ਪ੍ਰੇਮ ਹੈ, ਇਹ ਹੈ ਦੋਸਤੀ ਅਸਲ ਦੇ ਵਿੱਚ। ਜੇ ਕਿਧਰੇ ਮਿਸਾਲ ਦੇਣੀ ਹੋਵੇ ਨਾ ਦੋਸਤੀ ਦੀ, ਤੇ ਕ੍ਰਿਸ਼ਨ ਜੀ ਤੇ ਸੁਦਾਮੇ ਦੀ ਮਿੱਤਰਤਾ ਦੀ ਮਿਸਾਲ ਦੇਣੀ ਚਾਹੀਦੀ ਹੈ। ਜਾ ਕੇ ਡੰਡੋਤ ਕੀਤੀ, ਦੂਰੋਂ ਦੇਖ ਡੰਡੋਤ ਕਰ, ਛੱਡ ਸਿੰਘਾਸਨ ਹਰ ਜੀ ਆਏ। ਕ੍ਰਿਸ਼ਨ ਜੀ ਨੇ ਡੰਡੋਤ ਕਰਕੇ ਗਲ ਵਕੜੀ ਦੇ ਵਿੱਚ ਲੈ ਲਿਆ, ਲੈ ਕੇ ਫਿਰ ਅੰਦਰ ਸਿੰਘਾਸਨ ਤੇ ਬਿਠਾ ਦਿੱਤਾ। ਉਹ ਦੇਖ ਰਿਹਾ ਦਵਾਰਪਾਲ ਜਿਹੜਾ ਸੀ ਨਾ ਵੀ ਇਹ ਕੀ ਬਣਿਆ। ਕ੍ਰਿਸ਼ਨ ਜੀ ਕਹਿਣ ਲੱਗੇ ਮੇਰੇ ਬਚਪਨ ਦਾ ਮਿੱਤਰ ਹੀ ਹੈ, ਪਰ ਇਹਨੇ ਕੁਝ ਬਚਨ ਆਪਣੇ ਮੂੰਹੋਂ ਕੱਢ ਦਿੱਤਾ ਤੇ ਮੇਰੇ ਮੂੰਹੋਂ ਵੀ ਨਿਕਲ ਗਿਆ, ਜਿਸ ਕਰਕੇ ਇਹ ਦਸ਼ਾ ਹੋਈ ਹੈ। ਸੋ ਜਦੋਂ ਉਸ ਵੇਲੇ ਜਾ ਕੇ ਬਿਠਾਇਆ ਤੇ ਕਹਿਣ ਲੱਗੇ ਸੁਦਾਮਾ ਜੀ ਜਦੋਂ ਕਿਸੇ ਨੂੰ ਮਿਲਣ ਜਾਈਦਾ ਹੈ ਤੇ ਕੁਝ ਲੈ ਕੇ ਆਈਦਾ, ਕੀ ਲੈ ਕੇ ਆਏ ਹੋ ਮੇਰੇ ਵਾਸਤੇ? ਤੇ ਸੁਦਾਮਾ ਕਹਿਣ ਲੱਗਾ ਜੀ ਮਹਾਰਾਜ ਮੈਂ ਤੇ ਗਰੀਬ ਆਦਮੀ, ਮੈਂ ਕੁਝ ਨਹੀਂ ਲਿਆ। ਕਹਿੰਦਾ ਕਿਉਂ ਝੂਠ ਬੋਲਦੇ ਹੋ? ਉਹ ਲਿਆਓ ਚਾਵਲ ਜਿਹੜੇ ਲੈ ਕੇ ਆਏ ਹੋ ਮੇਰੇ ਵਾਸਤੇ। ਹੁਣ ਜਾਣਦੇ ਸੀ ਚਾਵਲਾਂ ਦੇ 2 ਫੱਕੇ ਮਾਰੇ, ਭੁੱਜੇ ਹੋਏ ਚਾਵਲ ਜਦੋਂ ਛਕੇ ਤੇ ਉਹਨਾਂ 2 ਫੱਕਿਆਂ ਦੇ ਵਿੱਚ ਹੀ ਧਨ ਦੌਲਤ ਵੀ ਦੇ ਦਿੱਤੀ, ਮਹਿਲ ਮਾੜੀਆਂ ਵੀ ਦੇ ਦਿੱਤੀਆਂ, ਔਰ ਦਲਿੱਦਰ ਸਾਰਾ ਜਿਹੜਾ ਸੀ ਨਾ ਕੱਢ ਦਿੱਤਾ। ਵੇਖੋ ਨਾ ਸੁਦਾਮੇ ਨੇ ਮੰਗਿਆ, ਹਾਲਾਂਕਿ ਘਰ ਵਾਲੀ ਨੇ ਬ੍ਰਾਹਮਣੀ ਨੇ ਕਹਿ ਕੇ ਭੇਜਿਆ ਸੀ ਕਿ ਕ੍ਰਿਸ਼ਨ ਜੀ ਕੋਲੋਂ ਮੰਗ ਲਿਓ, ਔਰ ਬਹੁਤ ਵੱਡੇ ਰਾਜੇ ਨੇ, ਤੇ ਮੰਗਣ ਲੱਗਿਆ ਨਾ ਸ਼ਰਮ ਨਾ ਕਰਿਓ, ਸਭ ਕੁਝ ਮੰਗ ਲਿਓ ਜੋ ਕੁਝ ਵੀ ਮੰਗ ਸਕਦੇ ਹੋ। ਪਰ ਜਦੋਂ ਸਾਧ ਸੰਗਤ ਜੀ ਕਿਸੇ ਮਿੱਤਰ ਤੋਂ ਮੰਗੀਏ ਨਾ ਤੇ ਮਿੱਤਰਤਾ ਖਤਮ ਹੈ, ਦੋਸਤੀ ਖਤਮ ਹੈ ਜਦੋਂ ਮੰਗ ਲਿਆ। ਇਹੀ ਸੁਦਾਮਾ ਚਾਹੁੰਦਾ ਸੀ ਕਿ ਮਿੱਤਰਤਾ ਬਣੀ ਰਵੇ,
ਕ੍ਰਿਸ਼ਨ ਜੀ ਵੀ ਜਾਣੀ ਜਾਣ ਸਨ, ਉਹਨੂੰ ਪਤਾ ਸੀ ਵੀ ਉਹਨੂੰ ਕਿਹੜੀ ਚੀਜ਼ ਦੀ ਲੋੜ ਹੈ। ਸੋ ਸਾਰਾ ਦਲਿੱਦਰ ਜਿਹੜਾ ਸੀ ਨਾ ਸੁਦਾਮਾ ਜੀ ਦਾ, ਕ੍ਰਿਸ਼ਨ ਜੀ ਨੇ ਕੱਢ ਦਿੱਤਾ। ਨਾ ਉਹਨੇ ਕੁਝ ਮੰਗਿਆ, ਨਾ ਉਹਨੇ ਕੁਝ ਕਿਹਾ ਕਿ ਮੈਂ ਤੈਨੂੰ ਦੇ ਰਿਹਾ। ਪਰ ਜਦੋਂ ਜਾ ਕੇ ਦੇਖਿਆ ਵਾਪਸ ਤੇ ਮਹਿਲ ਮਾੜੀਆਂ ਬਣੀਆਂ ਹੋਈਆਂ ਨੇ ਔਰ ਨੌਕਰ ਚਾਕਰ ਬੈਠੇ ਨੇ, ਸਾਰਾ ਕੰਮ ਹੋ ਰਿਹਾ ਆਪਣੇ ਆਪ। ਇਹ ਸੀ ਮਿੱਤਰਤਾ। ਜੋ ਦਲਿੱਦਰ ਆਪਾਂ ਸ਼ਬਦ ਵਰਤਦੇ ਆ ਨਾ, ਦਲਿੱਦਰ ਅਸਲ ਦੇ ਵਿੱਚ ਉਹ ਹੁੰਦਾ ਹੈ। ਗਰੀਬੀ ਤੇ ਹਿਰਦੇ ਦੀ ਹੁੰਦੀ ਹੈ। ਮਹਾਰਾਜ ਕਹਿੰਦੇ ਨੇ ਗੁਰਮੁਖ ਹਿਰਦੈ ਗਰੀਬੀ ਆਵੇ। ਹਿਰਦੇ ਦੀ ਗਰੀਬੀ ਹੈ। ਆਪਾਂ ਗਰੀਬੀ ਦਾਨ ਮੰਗਦੇ ਸਾਂ ਪਹਿਲਾਂ ਸਾਡੇ ਬਜ਼ੁਰਗ, ਫਿਰ ਆਪਾਂ ਹੌਲੇ ਹੌਲੇ ਨਾ ਡਰਨ ਲੱਗ ਪਏ ਵੀ ਗਰੀਬੀ ਦਾਨ ਮੰਗ ਲਈ ਕਿਧਰੇ ਵਾਕਈ ਸਾਨੂੰ ਪਰਮਾਤਮਾ ਗਰੀਬ ਨਾ ਬਣਾ ਦੇਵੇ ਕਿ ਗਰੀਬ ਹੋ ਜਾ ਵੀ ਜੇ ਗਰੀਬੀ ਦਾਨ ਮੰਗਦਾ। ਗਰੀਬੀ ਦਾਨ ਦਾ ਅਰਥ ਹੈ ਨਿਮਰਤਾ, ਹਿਰਦੇ ਦੀ। ਹਿਰਦੇ ਦੀ ਨਿਮਰਤਾ ਨੂੰ ਗਰੀਬੀ ਕਿਹਾ ਜਾਂਦਾ ਸੀ। ਸੋ ਘਰ ਦੀ ਜਿਹੜੀ ਗਰੀਬੀ ਹੈ ਉਹਨੂੰ ਦਲਿੱਦਰ ਕਿਹਾ ਜਾਂਦਾ ਸੀ। ਸੋ ਫਰਕ ਜ਼ਰੂਰ ਸਮਝਣਾ ਚਾਹੀਦਾ। ਮਹਾਰਾਜ ਕਹਿੰਦੇ ਨੇ ਨਾਮ ਜਪਣ ਵਾਲੇ ਦੇ ਘਰ ਦੇ ਵਿੱਚ, ਉਹਦੇ ਹਿਰਦੇ ਦੇ ਵਿੱਚ ਨਾ ਕੋਈ ਦੁੱਖ ਰਹਿੰਦਾ ਹੈ ਤੇ ਨਾ ਕੋਈ ਦਲਿੱਦਰ ਰਹਿੰਦਾ ਹੈ। ਪੂਰਬ ਲਿਖਿਆ ਪਾਇਆ ਮਿਲਿਆ ਤਿਸੈ ਰਜਾਏ। ਮਹਾਰਾਜ ਕਹਿੰਦੇ ਨੇ ਇਹ ਦਾਤ ਕਿਹਨਾਂ ਨੂੰ ਮਿਲਦੀ ਹੈ? ਜਿਨ੍ਹਾਂ ਦੇ ਪੂਰਬਲੇ ਕਰਮ ਨੇ, ਪਰਮਾਤਮਾ ਕੋਲੋਂ ਇਹ ਦਾਤ ਲਿਖਾ ਕੇ ਲਿਆਏ ਨੇ ਨਾ ਜਿਹੜੇ, ਉਹਨਾਂ ਨੂੰ ਹੀ ਇਹ ਦਾਤ ਮਿਲਦੀ ਹੈ। ਔਰ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਜਿਹਨੂੰ ਹੁਕਮ ਪਰਮੇਸ਼ਰ ਕਰ ਦਿੰਦਾ ਵੀ ਇਹ ਦਾਤ ਦੇਣੀ ਹੈ ਨਾਮ ਦੀ, ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਦਾਤੈ ਦਾਤ ਰਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਦਾਤੇ ਨੇ ਇਹ ਦਾਤ ਆਪਣੇ ਹੱਥ ਦੇ ਵਿੱਚ ਰੱਖੀ ਹੈ। ਜਿਹੜਾ ਪਰਮਾਤਮਾ ਨੂੰ ਭਾ ਜਾਂਦਾ ਹੈ, ਚੰਗਾ ਲੱਗਦਾ ਹੈ, ਉਹਨੂੰ ਫਿਰ ਇਹ ਦਾਤ ਬਖਸ਼ ਦਿੰਦਾ ਹੈ। ਸੋ ਪੂਰਬ ਲਿਖਿਆ ਪਾਇਆ, ਪੂਰਬਲੇ ਲੇਖ ਜੋ ਲਿਖੇ ਨੇ ਉਹਨਾਂ ਦੇ ਅਨੁਸਾਰ ਇਹ ਦਾਤ ਮਿਲਦੀ ਹੈ। ਔਰ ਉਸ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਇਹ ਦਾਤ ਪ੍ਰਾਪਤ ਹੁੰਦੀ ਹੈ। ਪਰਮੇਸ਼ਰ ਜੀ ਵਾਲਿਆ ਨਾਨਕ ਤਿਸੈ ਧਿਆਏ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪੰਜਵੇਂ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਹਨ ਕਿ ਜਿਸ ਪਰਮਾਤਮਾ ਨੇ ਮਾਇਆ ਦੇ ਵਿੱਚ ਮਰੇ ਹੋਏ ਜੀਵ ਦੇ ਅੰਦਰ ਆਤਮਾ ਪਾ ਦਿੱਤੀ ਹੈ, ਜਿਹਨੇ ਜੀਵਨ ਪਾ ਦਿੱਤਾ ਹੈ, ਆਤਮਿਕ ਜੀਵਨ ਜਿਹਨੇ ਬਖਸ਼ ਦਿੱਤਾ ਹੈ, ਉਸ ਪਰਮਾਤਮਾ ਦਾ ਭਾਈ ਸਦਾ ਹੀ ਸਿਮਰਨ ਕਰੋ। ਜਿਹਨੇ ਸਾਨੂੰ ਮੋਇਆਂ ਹੋਇਆਂ ਨੂੰ, ਅਸੀਂ ਵਿਕਾਰਾਂ ਦੇ ਵਿੱਚ ਫਸੇ ਹੋਏ ਮਰੇ ਹੋਏ ਆ, ਭਾਵੇਂ ਸਾਡਾ ਸਰੀਰ ਜਿਉਂਦਾ ਹੈ, ਜਿਉਂਦੇ ਉਦੋਂ ਹੋਵਾਂਗੇ ਆਤਮਿਕ ਤੌਰ ਤੇ ਜਦੋਂ ਸਾਡੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿਕਲ ਜਾਣਗੇ ਤੇ ਜਿਹੜੇ 5 ਦੇਵੀ ਗੁਣ ਨੇ ਨਾ ਉਹ ਸਾਡੇ ਅੰਦਰ ਪ੍ਰਵੇਸ਼ ਕਰ ਜਾਣਗੇ ਗੁਰੂ ਦੀ ਕਿਰਪਾ ਦੁਆਰਾ, ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਦੁਆਰਾ। ਸੋ ਵਾਹਿਗੁਰੂ ਕਿਰਪਾ ਕਰੇ ਆਪਾਂ ਇਸੇ ਤਰ੍ਹਾਂ ਗੁਰੂ ਚਰਨਾਂ ਦੇ ਨਾਲ ਜੁੜੇ ਰਹੀਏ।